ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ 80ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਗਵਾਰੇ ਮਹੱਲਾ ਪੰਜਵਾਂ। ਬਹੁਤ ਦਰਬ ਕਰ ਮਾਨਾ ਗਾਨਾ, ਨੇਕ ਰੂਪ ਦੇਖ ਨਹਿ ਪਤਿਆਨਾ। ਪੁੱਤਰ ਕਲਤਰ ਰੁਜੋ ਜਾਨ ਮੇਰੀ, ਉਹ ਬਿਨ ਸੇ ਉਹ ਭਸਮੇ ਢੇਰੀ। ਬਿਨ ਹਰ ਭਜਨ ਦੇਖਿਓ ਬਿਲ ਲਾਤੇ, ਤ੍ਰਿਗ ਤਨ ਤ੍ਰਿਗ ਜਨ ਮਾਇਆ ਸੰਗ ਰਾਤੇ। ਰਹਾਓ ਜੋ ਬਿਗਾਰੀ ਕੇ ਸਿਰ ਦੀਜੇ ਦਾਮ, ਉਹ ਖਸਮੇ ਕੇ ਗ੍ਰਹਿ ਉਨ ਦੁਖ ਸਹਾਮ। ਜੋ ਸੁਪਨੇ ਹੋਏ ਬੈਸਤ ਰਾਜਾ, ਨੇਤਰ ਪਸਾਰੇ ਤਨ ਰਾਰਥ ਕਾਜਾ। ਜਿਉ ਰਾਖਾ ਖੇਤ ਊਪਰ ਪਰਾਏ ਖੇਤ, ਖਸਮ ਕਾ ਰਾਖਾ ਉਠ ਜਾਏ। ਉਸ ਖੇਤ ਕਾਰਨ ਰਾਖਾ ਕੜੇ, ਤਿਸਕੇ ਪਾਲੇ ਕੁਛ न पड़े। जिसका राज तिसे का सुपना, जिन माया दीनी तिन लाई तृष्णा। आप बिना है आप करे रास, नानक प्रभ आगे अरदास। जिन माया दीनी तिन लाई तृष्णा, आप बिना है आप करे रास, नानक प्रभ आगे अरदास। इस शब्द ਵਿੱਚ ਫਿਰ ਗੁਰੂ ਜੀ ਦੱਸਦੇ ਹਨ ਕਿ ਇਹ ਕੋਈ ਆਪਣੀ ਇੱਛਾ ਦੇ ਮੁਤਾਬਕ ਹੀ ਅਸੀਂ ਜਿਸ ਜ਼ਿੰਦਗੀ ਦੇ ਪੜਾਅ 'ਤੇ ਖਲੋਤੇ ਹਾਂ। ਅਖੀਰ ਵਿੱਚ ਉਹਨਾਂ ਨੇ ਫਿਰ ਇਹੀ ਕਿਹਾ ਹੈ ਕਿ ਉਸ ਵਾਹਿਗੁਰੂ ਦੀ ਜੇ ਕਿਰਪਾ ਹੋਵੇ ਤਾਂ ਫਿਰ ਹੀ ਆਪਣੇ ਮੂਲ ਦੀ ਪਹਿਚਾਣ ਹੈ ਜੀ, ਉਸ ਸ਼ਬਦ ਦੀ ਪਹਿਚਾਣ ਹੈ ਜੀ। ਇਸ ਸ਼ਬਦ ਵਿੱਚ ਗੁਰੂ ਜੀ ਦੱਸਦੇ ਹਨ ਕਿ ਬਹੁਤਾ ਧਨ ਇਕੱਠਾ ਕਰਕੇ ਵੀ ਮਨੁੱਖ ਦਾ ਮਨ ਨਹੀਂ ਰੱਜਿਆ ਅਤੇ ਅਨੇਕ ਪ੍ਰਕਾਰ ਦੇ ਰੂਪ ਵੇਖ ਕੇ ਵੀ ਉਸ ਦਾ ਮਨ ਨਹੀਂ ਪਤੀਜਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਸ ਦਾ ਪੁੱਤਰ ਅਤੇ ਇਸਤਰੀ ਆਦਿ ਮੇਰੀ ਵਸਤੂ ਜਾਣ ਕੇ ਮਨੁੱਖ ਇਹਨਾਂ ਵਿੱਚ ਫਸਿਆ ਪਿਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਧਨ ਨਾਸ਼ ਹੋ ਜਾਂਦਾ ਹੈ। ਫਿਰ ਗੁਰੂ ਜੀ ਕਹਿੰਦੇ ਹਨ ਉਹ ਪੁੱਤਰ ਇਸਤਰੀ ਭਾ ਪਰਿਵਾਰ ਸਭ ਆਉਣਾ ਜਾਣਾ ਇੱਕ ਸਵਾਹ ਦੀ ਢੇਰੀ ਹੀ ਬਣ ਜਾਂਦਾ ਹੈ ਜੀ। ਭਾਵ ਅਸੀਂ ਵਿਕਾਰਾਂ ਨੂੰ ਇਕੱਠੇ ਪਾਲ ਕੇ ਧਨ ਇਕੱਠਾ ਕਰਨ ਵਿੱਚ ਲੱਗੇ ਹੋਏ ਹਾਂ ਜੀ ਅਤੇ ਅਸਲ ਮੂਲ ਦੀ ਗੱਲ ਭੁੱਲ ਗਏ ਹੋਏ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਭਾਈ ਮੈਂ ਵੇਖਦਾ ਹਾਂ ਕਿ ਪਰਮੇਸ਼ਰ ਹਰੀ ਦੇ ਗੁਰਸ਼ਬਦ ਗੁਰਬਾਣੀ ਭਜਨ ਤੋਂ ਬਿਨਾਂ ਸਾਰੇ ਜੀਵ ਵਿਲਕ ਰਹੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਹੜੇ ਮਾਇਆ ਨਾਲ ਰੱਤੇ ਪਏ ਹਨ ਜੀ ਉਹਨਾਂ ਦਾ ਸਰੀਰ ਵੀ ਤ੍ਰਿਗ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਦਾ ਧਨ ਵੀ ਤ੍ਰਿਗ ਹੈ ਜੀ, ਭਾਵ ਲਾਹਨਤ ਯੋਗ ਹੈ ਜੀ, ਜੋ ਕਿ ਵਿਕਾਰਾਂ ਦੇ ਕਰਕੇ ਕਮਾਇਆ ਹੋਵੇ। ਫਿਰ ਗੁਰੂ ਜੀ ਕਹਿੰਦੇ ਹਨ ਪ੍ਰਮਾਣ ਵਜੋਂ ਜਿਵੇਂ ਇੱਕ ਬਿਗਾਰੀ ਦੇ ਸਿਰ ਉੱਤੇ ਦਮੜੇ ਚੁਕਾ ਦਿੱਤੇ ਜਾਣ, ਭਾਵ ਕਿ ਕਿਸੇ ਅਮੀਰ ਬੰਦਾ ਆਪਣੀ ਚੀਜ਼ਾਂ ਕਿਸੇ ਜਿਸ ਤਰ੍ਹਾਂ ਉਦਾਹਰਨ ਦੇ ਤੌਰ 'ਤੇ ਕੁਲੀ ਨੂੰ ਚੁਕਾ ਦਿੱਤੀਆਂ ਜਾਣ ਅਤੇ ਉਸ ਦਾ ਦਾਮ ਮਾਲਕ ਦੇ ਘਰ ਵਿੱਚ ਪਹੁੰਚਣ ਤੋਂ ਬਾਅਦ ਹੀ ਉਸ ਚੁੱਕਣ ਵਾਲੇ ਨੂੰ ਮਿਲਦਾ ਹੈ। ਫਿਰ ਗੁਰੂ ਜੀ ਕਹਿੰਦੇ ਹਨ ਉਹ ਵਿਗਾਰੀ ਭਾਰ ਦਾ ਦੁੱਖ ਸਹਾਰਦਾ ਹੈ ਜੀ, ਉਹ ਕਿਸੇ ਹੋਰ ਦਾ ਭਾਰ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਵੇਂ ਸੁਪਨੇ ਵਿੱਚ ਕੋਈ ਰਾਜਾ ਬਣ ਬੈਠਦਾ ਹੈ, ਪਰ ਜਦੋਂ ਉਸਦੀ ਅੱਖਾਂ ਖੁੱਲ੍ਹਦੀਆਂ ਹਨ ਭਾਵ ਜਾਗਦਾ ਹੈ ਤਾਂ ਉਹ ਰਾਜ ਸਾਜ ਵਾਲਾ ਸਾਰਾ ਕਾਰਜ ਵਿਅਰਥ ਹੋ ਜਾਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੋਰ ਪ੍ਰਮਾਣ ਜਿਵੇਂ ਕੋਈ ਪਰਾਏ ਖੇਤ ਉੱਤੇ ਕਿਸੇ ਹੋਰ ਰਾਖੇ ਨੂੰ ਬਿਠਾਈਏ
ਪਰ ਖੇਤ ਉਸ ਮਾਲਕ ਦਾ ਹੀ ਰਹਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਰਾਖਾ ਉੱਠ ਕੇ ਆਪਣੇ ਘਰ ਚਲਾ ਜਾਂਦਾ ਹੈ। ਫਿਰ ਗੁਰੂ ਜੀ ਕਹਿੰਦੇ ਹਨ ਉਸ ਖੇਤੀ ਲਈ ਰਾਖਾ ਦੁੱਖ ਝੱਲਦਾ ਹੈ ਆਪਣੇ ਮਾਲਕ ਦੀ ਖੇਤੀ ਨੂੰ ਬਚਾਉਣ ਲਈ ਜੀ, ਨਾ ਕਿ ਮਾਲਕ ਦੁੱਖ ਸਹਿੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਪਰ ਉਸ ਦੇ ਪੱਲੇ ਵੀ ਕੁਝ ਨਹੀਂ ਪੈਂਦਾ ਜੀ। ਭਾਵ ਖੇਤੀ ਦੀ ਰਾਖੀ ਮਜ਼ਦੂਰੀ ਨਾਲ ਉਸ ਦਾ ਗੁਜ਼ਾਰਾ ਹੀ ਨਹੀਂ ਹੁੰਦਾ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅੰਤ ਵਿੱਚ ਤੱਤ ਇਹ ਹੈ ਕਿ ਜਿਸ ਦਾ ਰਾਜ ਹੋਵੇ ਰਾਤ ਨੂੰ ਸੁਪਨਾ ਵੀ ਉਸੇ ਦਾ ਆਉਂਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਇਸ ਤਰ੍ਹਾਂ ਪਰਮੇਸ਼ਰ ਨੇ ਇਹ ਮਾਇਆ ਬਣਾ ਦਿੱਤੀ ਹੈ ਜੀ। ਉਸ ਪਰਮੇਸ਼ਰ ਨੇ ਹੀ ਮਾਇਆ ਦੀ ਤ੍ਰਿਸ਼ਨਾ ਵੀ ਲਗਾਈ ਹੋਈ ਹੈ ਜੀ। ਭਾਵ ਇਹ ਸਭ ਕੁਝ ਉਸ ਪਰਮੇਸ਼ਰ ਦਾ ਹੀ ਦਿੱਤਾ ਹੋਇਆ ਹੈ ਜੀ। ਮਾਇਆ ਦੀ ਅੱਗ ਵੀ ਉਸਨੇ ਲਗਾਈ ਹੈ। ਫਿਰ ਗੁਰੂ ਜੀ ਕਹਿੰਦੇ ਹਨ ਜਿਹੜਾ ਪਰਮੇਸ਼ਰ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ ਅਤੇ ਆਪ ਹੀ ਨਾਸ਼ ਕਰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਸ ਪਰਮੇਸ਼ਰ ਅੱਗੇ ਅਸੀਂ ਅਰਦਾਸ ਹੀ ਕਰ ਸਕਦੇ ਹਾਂ ਜੀ ਕਿ ਸਾਨੂੰ ਆਪਣਾ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨਾਲ ਲਗਾਏ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਗੁਰੂ ਜੀ ਕਹਿੰਦੇ ਹਨ ਕਿ ਇਸ ਸ਼ਬਦ ਵਿੱਚ ਵਿਗਾਰੀ ਤੇ ਰਾਖੇ ਦੀ ਉਦਾਹਰਣ ਦੇ ਕੇ ਜੀਵ ਨੂੰ ਸਮਝਾਇਆ ਹੈ ਕਿ ਪਰਿਵਾਰ ਦੀ ਪਾਲਣਾ ਲਈ ਦਿਨ ਰਾਤ ਠੱਗੀ ਠੋਰੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਤ੍ਰਿਸ਼ਨਾ ਕਰਕੇ ਧਨ ਕਮਾਉਣ ਦਾ ਕੋਈ ਲਾਭ ਨਹੀਂ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਹੇ ਜੀਵ ਜਿਨ੍ਹਾਂ ਲਈ ਤੂੰ ਥੱਕਦਾ ਟੁੱਟਦਾ ਹੈ, ਫਿਰ ਗੁਰੂ ਜੀ ਕਹਿੰਦੇ ਹਨ ਉਹਨਾਂ ਵਿੱਚੋਂ ਤੇਰਾ ਸਾਥ ਕਿਸੇ ਨਹੀਂ ਦੇਣਾ ਜੀ। ਇਹ ਬਿਕਾਰੀ ਦੇ ਭਾਰ ਚੁੱਕਣ ਵਰਗਾ ਕੰਮ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਜਿਵੇਂ ਗੁਰੂ ਜੀ ਨੇ ਬਾਣੀ ਵਿੱਚ ਅੰਕਿਤ ਕੀਤਾ ਹੈ ਜੀ, ਪਹਾੜੀ ਕੋ ਉਹ ਪਹਾੜਾ ਮਿਲਿਆ ਹੋਰ ਸਗਲ ਪਿਓ ਬਿਰਾਨਾ। ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 497 ਪੇਜ ਦੀਆਂ ਪੰਕਤੀਆਂ ਹਨ ਜੀ। ਸੋ ਤੱਤ ਇਹ ਹੈ ਕਿ ਪਰਮੇਸ਼ਰ ਦੇ ਗੁਰਸ਼ਬਦ ਗੁਰਬਾਣੀ ਭਜਨ ਤੋਂ ਨਾਮ ਭਜਨ ਤੋਂ ਸਿਮਰਨ ਤੋਂ ਬਿਨਾਂ ਸਭ ਕੁਛ ਰੋਣਾ ਪਿੱਟਣਾ ਤੇ ਰੌਲਾ ਰੱਪਾ ਹੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਅੰਤ ਵਿੱਚ ਜੀਵ ਦੀ ਬੇਬਸੀ ਦੱਸੀ ਹੈ ਕਿ ਜਿਸ ਪਰਮੇਸ਼ਰ ਦੀ ਬਣਾਈ ਮਾਇਆ ਜਿਸ ਪਰਮੇਸ਼ਰ ਦੀ ਬਣਾਈ ਹੋਈ ਹੈ ਤ੍ਰਿਸ਼ਨਾ ਵੀ ਉਸੇ ਪਰਮੇਸ਼ਰ ਨੇ ਹੀ ਲਗਾਈ ਹੋਈ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਉਹ ਪਰਮੇਸ਼ਰ ਆਪ ਹੀ ਸਭ ਨੂੰ ਸਵਾਰਨ ਵਾਲਾ ਹੈ ਜੀ ਤੇ ਆਪ ਹੀ ਨਾਸ਼ ਕਰਨ ਵਾਲਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ ਬਸ ਜੀਵ ਦਾ ਇਹ ਫਰਜ਼ ਹੈ ਕਿ ਪਰਮੇਸ਼ਰ ਅੱਗੇ ਹਮੇਸ਼ਾ ਅਰਦਾਸ ਬੇਨਤੀ ਕਰਦਾ ਰਹੇ ਕਿ ਸਾਨੂੰ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਦੀ ਦਾਤ ਬਖਸ਼ਣ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।